ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੁਨ ਚੈਨਲ ਵੱਲੋਂ ਆਪ ਜੀ ਦਾ ਸਵਾਗਤ ਹੈ। ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਥੇਦਾਰ ਸਰਵਣ ਸਿੰਘ ਕੁਲਾਰ ਜੀ, ਮੈਂਬਰ SGPC ਅੰਮ੍ਰਿਤਸਰ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਇਤਿਹਾਸਕ ਗੁਰਦੁਆਰਾ ਸੁਖਚੈਨਣਾ ਸਾਹਿਬ ਪਾਤਸ਼ਾਹੀ ਛੇਵੀਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨ ਇਸ ਗੁਰਦੁਆਰਾ ਸਾਹਿਬ ਵਿਖੇ ਪਏ ਔਰ ਉਹਨਾਂ ਨੇ ਇੱਥੇ ਸਾਡੇ ਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਅੱਜ ਉਹਨਾਂ ਦਾ ਸਾਲਾਨਾ ਜੋੜ ਮੇਲਾ, ਜਿਸ ਦਿਨ ਉਹ 3 ਜੁਲਾਈ 1634 ਨੂੰ ਉਹ ਇਸ ਜਗ੍ਹਾ ਤੇ ਆਏ ਸੀ ਔਰ 2 ਪਹਿਰ ਉਹਨਾਂ ਨੇ ਇੱਥੇ ਆਰਾਮ ਕੀਤਾ। ਸੰਗਤਾਂ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਤੇ ਖੁਸ਼ ਹੋ ਕੇ ਵਰ ਦਿੱਤਾ ਔਰ ਸੰਗਤਾਂ ਨੂੰ ਕਿਹਾ ਕਿ ਇੱਥੇ ਤੁਸੀਂ ਸਾਰਿਆਂ ਨੂੰ ਸੁੱਖ ਤੇ ਚੈਨ ਮਿਲੇਗਾ। ਅੱਜ ਵੀ ਉਸੇ ਤਰ੍ਹਾਂ ਝੋਲੀਆਂ ਸੰਗਤਾਂ ਭਰ ਕੇ ਜਾ ਰਹੀਆਂ। ਤੋ ਅੱਜ ਸਾਲਾਨਾ ਜਿਹੜਾ ਜੋੜ ਮੇਲਾ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਆਮਦ ਪੁਰਬ ਨੂੰ ਮਨਾਇਆ ਜਾ ਰਿਹਾ। ਗੁਰੂ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਗੁਰੂ ਸਾਹਿਬ ਜੀ ਦਾ ਪ੍ਰਕਾਸ਼ 11 ਜੂਨ 1595 ਨੂੰ ਗੁਰੂ ਕੀ ਬਡਾਲੀ ਛਿਆਟਾ ਅੰਮ੍ਰਿਤਸਰ ਵਿਖੇ ਹੋਇਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਗੰਗਾ ਜੀ, ਜਿਨ੍ਹਾਂ ਦੇ ਕੁੱਖੋਂ ਗੁਰੂ ਸਾਹਿਬ ਨੇ ਪ੍ਰਕਾਸ਼ ਧਾਰਿਆ ਔਰ ਬ੍ਰਹਮ ਗਿਆਨੀ ਸੰਤ ਬਾਬਾ ਬੁੱਢਾ ਸਾਹਿਬ ਜੀ ਦੇ ਵਰ ਨਾਲ, ਜਿਨ੍ਹਾਂ ਨੇ ਕਿਹਾ ਸੀ ਕਿ ਮਾਤਾ ਤੇਰੇ ਘਰ ਇਹੋ ਜਿਹਾ ਪੁੱਤਰ ਜਨਮੇਗਾ ਜਿਹੜਾ ਜਿਸ ਤਰ੍ਹਾਂ ਅਸੀਂ ਗੱਠਾ ਭੰਨਿਆ ਉਸੇ ਤਰ੍ਹਾਂ ਇਹ ਜਿਹੜੇ ਜ਼ਾਲਮਾਂ ਦੇ ਉਹ ਸਿਰ ਭੰਨੇਗਾ। ਤੋ ਇਸ ਕਰਕੇ ਗੁਰੂ ਕੀ ਬਡਾਲੀ ਅੰਮ੍ਰਿਤਸਰ ਵਿਖੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜੀ। ਤੇ ਗੁਰੂ ਜੀ ਫਗਵਾੜੇ ਕਿਵੇਂ ਆਏ? ਇਸ ਤਰ੍ਹਾਂ ਵੀ ਗੁਰੂ ਸਾਹਿਬ ਜੀ ਨੇ ਜਦੋਂ ਕਰਤਾਰਪੁਰ ਦੀ ਜੰਗ ਤੋਂ ਬਾਅਦ ਉਹ ਫਗਵਾੜੇ ਆਏ। ਇੱਥੇ ਇੱਕ ਫੱਗੂ ਨਾਮ ਦਾ ਚੌਧਰੀ ਬਹੁਤ ਗੁਰੂ ਪ੍ਰਤੀ ਸ਼ਰਧਾ ਰੱਖਦਾ ਸੀ ਔਰ ਹਮੇਸ਼ਾ ਉਹਨਾਂ ਨੂੰ ਯਾਦ ਕਰਦਾ ਸੀ। ਤੋ ਗੁਰੂ ਸਾਹਿਬ ਨੇ ਸੋਚਿਆ ਵੀ ਚਲੋ ਵੀ ਫੱਗੂ ਚੌਧਰੀ ਸਾਨੂੰ ਹਮੇਸ਼ਾ ਚੇਤੇ ਕਰਦਾ, ਉਹਨਾਂ ਦੇ ਅੱਜ ਬਾੜੇ ਵਿੱਚ ਜਾਂਦੇ ਆ। ਤੋ ਜਦੋਂ ਗੁਰੂ ਸਾਹਿਬ ਉਹਨਾਂ ਦੇ ਬਾੜੇ ਵਿੱਚ ਆਏ ਤਾਂ ਫੱਗੂ ਚੌਧਰੀ ਡਰ ਗਿਆ ਵੀ ਪਿੱਛੇ ਮੁਗਲ ਫੌਜਾਂ ਵੀ ਲੱਗੀਆਂ ਹੋਈਆਂ ਔਰ ਜਿਹੜੀ ਸਰਕਾਰ ਆ ਉਹ ਇਹਨਾਂ ਨੂੰ ਬਾਗੀ ਸਮਝ ਰਹੀ ਆ। ਤੇ ਉਹ ਬੜਾ ਇਹਨਾਂ ਦੀ ਸੇਵਾ ਕਰਨ ਦੇ ਵਿੱਚ ਉਹਨਾਂ ਹਿਚਕਚਾਹਟ ਕੀਤੀ ਵੀ ਮੈਂ ਜੇ ਸੇਵਾ ਕੀਤੀ ਜਾਂ ਇਹਨਾਂ ਨੂੰ ਸਤਿਕਾਰ ਦਿੱਤਾ ਤਾਂ ਮੈਨੂੰ ਵੀ ਪਕੜ ਕੇ ਉਹ ਜਾਣੀ ਜੇਲ੍ਹ 'ਚ ਸੱਟ ਦੇਣਗੇ ਜਾਂ ਮਾਰ ਦੇਣਗੇ। ਇਸ ਕਰਕੇ ਫੱਗੂ ਡਰ ਗਿਆ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਵੀ ਫੱਗੂ ਵੀ ਦੇਖਿਆ ਤੇਰਾ ਬਾੜਾ ਬਾਹਰੋਂ ਮਿੱਠਾ ਤੇ ਅੰਦਰੋਂ ਖਾਰਾ। ਤੇ ਇਸ ਕਰਕੇ ਉੱਥੇ ਉਹਨਾਂ ਨੂੰ ਇਹ ਬਚਨ ਬਲਾਸ ਕਰਕੇ ਗੁਰੂ ਸਾਹਿਬ ਇੱਥੇ ਜੰਗਲ ਸੀਗਾ, ਬਿਲਕੁਲ ਜੰਗਲਾਤ ਟਾਈਪ ਸੀਗਾ, ਸੁੰਨਸਾਨ ਜਗ੍ਹਾ ਸੀਗੀ। ਗੁਰੂ ਜੀ ਫੱਗੂ ਦੇ ਬਾੜੇ ਤੋਂ ਬਾਹਰ ਨਿਕਲ ਕੇ ਇਸ ਪਵਿੱਤਰ ਜਗ੍ਹਾ 'ਤੇ ਰਮਣੀਕ ਜਗ੍ਹਾ ਸੀ, ਇੱਥੇ ਆ ਕੇ ਉਹਨਾਂ ਨੇ ਆਰਾਮ ਕੀਤਾ ਔਰ ਇੱਥੇ ਸੰਗਤਾਂ ਨੂੰ ਜਦ ਪਤਾ ਲੱਗਾ ਵੀ ਫੱਗੂ ਚੌਧਰੀ ਜਿਹੜਾ ਉਹਨਾਂ ਨੇ ਗੁਰੂ ਸਾਹਿਬ ਦੀ ਸੇਵਾ ਨਹੀਂ ਕੀਤੀ ਤੋ ਬੜੇ ਸਾਰੀਆਂ ਸੰਗਤਾਂ ਨੇ ਹਮਾ ਕੇ ਇੱਥੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਉਹਨਾਂ ਦੀ ਸੇਵਾ ਵੀ ਕੀਤੀ ਔਰ ਉਹਨਾਂ ਦੇ ਆਦੇਸ਼ ਨੂੰ ਵੀ ਪ੍ਰਾਪਤ ਕੀਤਾ। ਉਹ ਸੇਵਾ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਵੀ ਇੱਥੇ ਵਰ ਦਿੱਤਾ ਸੁੱਖ ਤੇ ਚੈਨ
ਕਿਉਂਕਿ ਉਹਨਾਂ ਨੇ ਅੱਜ ਵੀ ਉਹ ਸਾਡਾ ਸੰਗਤਾਂ ਜਿਹੜੀਆਂ ਇੱਥੇ ਨਤਮਸਤਕ ਹੋ ਕੇ ਸੁੱਖ ਤੇ ਚੈਨ ਆਨੰਦ ਪ੍ਰਾਪਤ ਕਰ ਰਹੀਆਂ ਹਨ। ਇੱਥੋਂ ਦੀ ਬੇਰੀ ਦੀ ਕੀ ਮਹੱਤਤਾ ਹੈ ਤੇ ਸੁਖਚੈਨ ਸਾਹਿਬ ਨਾਮ ਕਿਵੇਂ ਪਿਆ? ਸੁਖਚੈਨ ਸਾਹਿਬ ਇਸ ਤਰ੍ਹਾਂ ਪਿਆ ਵੀ ਜਿੱਦਾਂ ਸੰਗਤਾਂ ਦੇ ਉਤਸ਼ਾਹ ਦੇ ਨਾਲ, ਸੰਗਤਾਂ ਦੇ ਪਿਆਰ ਦੇ ਨਾਲ ਸੰਗਤਾਂ ਨੇ ਸੇਵਾ ਕੀਤੀ। ਜਿਸ ਤਰ੍ਹਾਂ ਫੱਗੂ ਚੌਧਰੀ ਨੇ ਤਾਂ ਡਰ ਗਿਆ ਸੀ, ਉਹਨ ਸੇਵਾ ਨਾ ਕੀਤੀ, ਇਸ ਕਰਕੇ ਕਿ ਸਰਕਾਰ ਦਾ ਬਾਗੀ ਆ। ਪਰ ਇੱਥੋਂ ਸੰਗਤਾਂ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਪਛਤਾਪ ਕੀਤਾ ਵੀ ਇਹ ਤਾਂ ਬੜੀ ਮਾੜੀ ਗੱਲ ਹੈ ਕਿ ਇੱਥੇ ਸਾਡੇ ਫੱਗੂ ਦੇ ਬਾੜੇ ਆਏ ਹੋਣ ਔਰ ਅਸੀਂ ਉਹਨਾਂ ਦਾ ਸਤਿਕਾਰ ਨਹੀਂ ਕਰ ਸਕੇ। ਉਹ ਸੰਗਤਾਂ ਦੇ ਪਿਆਰ ਕਰਕੇ ਹੀ ਇੱਥੇ ਉਹਨਾਂ ਨੇ ਸੁੱਖ ਤੇ ਚੈਨ, ਆਪ ਤਾਂ ਚਲੋ ਹਮੇਸ਼ਾ ਆਨੰਦ 'ਚ ਹੀ ਆ ਕਿਉਂਕਿ ਅਕਾਲ ਪੁਰਖ ਦਾ ਰੂਪ ਸਨ, ਪਰ ਸੰਗਤਾਂ ਵਾਸਤੇ ਉਹਨਾਂ ਨੇ ਵਰਦਾਨ ਦਿੱਤਾ ਵੀ ਇੱਥੇ ਸੁੱਖ ਤੇ ਚੈਨ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਬਣਿਆ। ਤੇ ਅੱਜ ਇੱਥੇ ਜਿਹੜਾ ਵੱਡੇ ਜੋੜ ਮੇਲੇ ਉਹਨਾਂ ਦੀ ਆਮਦਪੁਰ 'ਤੇ ਲੱਗਦੇ। ਮੀਰੀ ਪੀਰੀ ਤਲਵਾਰਾਂ ਦੀ ਕੀ ਮਹੱਤਤਾ ਹੈ? ਦੇਖੋ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਹੁਣ ਤੁਸੀਂ ਮੀਰੀ ਤੇ ਪੀਰੀ ਦੀਆਂ ਤਲਵਾਰਾਂ, ਸੰਤ ਤੇ ਸਿਪਾਹੀ, ਧਰਮ ਤੇ ਰਾਜਨੀਤੀ ਨੂੰ ਇਕੱਠਾ ਕਰਨਾ। ਕਿਉਂਕਿ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਜਿਹੜੀ ਆ ਉਹ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕੀਤਾ, ਪਰ ਜਦੋਂ ਉਹਨਾਂ ਨੂੰ ਇੱਦਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਹੁਕਮ ਕਰਕੇ ਦੋ ਤਲਵਾਰਾਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਧਰਮ ਦੀ ਇੱਕ ਰਾਜਨੀਤੀ ਦੀ, ਇੱਕ ਸੰਤ ਦੀ ਇੱਕ ਸਿਪਾਹੀ ਦੀ, ਤਾਂ ਜੋ ਕੋਈ ਵੀ ਬੰਦਾ ਜਦੋਂ ਕੋਈ ਭਗਤੀ ਕਰੇ ਤਾਂ ਉਹਦੀ ਭਗਤੀ ਵਿੱਚ ਕੋਈ ਵਿਘਨ ਨਾ ਪਾਵੇ। ਇਸੇ ਕਰਕੇ ਉਹਨਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਔਰ ਦਿੱਲੀ ਦਾ ਜਿਹੜਾ ਤਖਤ ਸੀ ਉਸ ਦੇ ਮੁਕਾਬਲੇ ਅਕਾਲ ਦਾ ਤਖਤ ਬਣਾਇਆ, ਜਿਹੜਾ ਉਸ ਕੋਲ ਤੋਂ ਨਾਲੋਂ ਵੀ ਉੱਚਾ ਸੀ। ਔਰ ਉੱਥੇ ਕਿਹਾ ਵੀ ਜੋ ਇੱਥੇ ਦਾ ਹੁਕਮ ਹੋਵੇਗਾ ਉਹ ਸਾਰਿਆਂ 'ਤੇ ਲਾਗੂ ਹੋਵੇਗਾ ਔਰ ਇਸ ਤਖਤ 'ਤੇ ਕਿਸੇ ਦਾ ਹੁਕਮ ਨਹੀਂ ਲਾਗੂ ਹੋਇਆ। ਤੋ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਦੀ ਸ਼ਹੀਦੀ ਤੋਂ ਬਾਅਦ ਜਿੱਥੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਸੰਤ ਸਿਪਾਹੀ ਬਣਾਇਆ ਸਾਨੂੰ ਅਤੇ ਧਰਮ ਤੇ ਰਾਜਨੀਤੀ ਨੂੰ ਇਕੱਠਾ ਕੀਤਾ, ਉੱਥੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਜੋ ਵੀ ਸਿੱਖ ਕੌਮ ਨੂੰ ਸੰਦੇਸ਼ ਆਦੇਸ਼ ਉਹ ਅਕਾਲ ਤਖਤ ਤੋਂ ਆਵੇਗਾ, ਉਹ ਅਕਾਲ ਦਾ ਹੁਕਮ ਹੋਵੇਗਾ, ਉਹਨੂੰ ਕੋਈ ਵੀ ਚੈਲੰਜ ਨਹੀਂ, ਉਹਨੂੰ ਕੋਈ ਵੀ ਰੋਕ ਨਹੀਂ ਸਕਦਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਇਹ ਸਾਡੇ ਤੇ ਪਰਉਪਕਾਰ ਕੀਤੇ ਜੀ। ਗੁਰੂ ਜੀ ਦੀ ਉਸਤਤ ਦੇ ਵਿੱਚ ਸ਼ਬਦ ਉਚਾਰਨ ਕਿਸਨੇ ਕੀਤੇ ਸੀ? ਜਿਸ ਵੇਲੇ ਗੁਰੂ ਸਾਹਿਬ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ, ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਔਰ ਸੰਗਤਾਂ ਨੂੰ ਇਹ ਸੰਦੇਸ਼ ਦਿੱਤਾ ਵੀ ਹੁਣ ਹਾਥੀ, ਘੋੜੇ, ਹਥਿਆਰ, ਸ਼ਸਤਰਧਾਰੀ ਔਰ ਨੌਜਵਾਨ ਉਹ ਮੇਰੇ ਕੋਲ ਆਉਣ ਤਾਂ ਜੋ ਅਸੀਂ ਇਹ ਜ਼ੁਲਮ ਦਾ ਟੱਕਰਾ ਜਿਹੜਾ ਜ਼ੁਲਮ ਉਸੇ ਦਾਅਵੇ ਦੇ ਨਾਲ ਕਰਨਾ ਹੈ। ਇਸ ਕਰਕੇ ਉਦੋਂ ਫਿਰ ਉਹਨਾਂ ਨੇ ਇਹਨਾਂ ਮੁਰਦਾ ਕੌਮ ਦੇ ਵਿੱਚ ਜਾਨ ਪਾਉਣ ਵਾਸਤੇ ਢਾਡੀ, ਨੱਥਾ ਤੇ ਅਬਦੁੱਲਾ ਉਹਨਾਂ ਨੂੰ ਬੜਾ ਸਤਿਕਾਰ ਦੇ ਕੇ ਹਾਥੀਆਂ 'ਤੇ ਬਿਠਾਲ ਕੇ ਉਹਨਾਂ ਨੇ ਅਕਾਲ ਤਖਤ ਸਾਹਿਬ 'ਤੇ ਲਿਆਂਦਾ ਔਰ ਇੱਥੇ ਉਹਨਾਂ ਦੀ ਸ਼ਾਨੋ ਸ਼ੌਕਤ ਦੇ ਕੇ ਨੱਥਾ ਤੇ ਅਬਦੁੱਲਾ ਜਿਹੜੇ ਉਸ ਵੇਲੇ ਦੇ ਬਹੁਤ ਪ੍ਰਸਿੱਧ ਢਾਡੀ ਸੀਗੇ ਉਹਨਾਂ ਨੂੰ ਗੁਰੂ ਸਾਹਿਬ ਨੇ ਵੱਡਾ ਸਤਿਕਾਰ ਦਿੱਤਾ। ਉਹਨਾਂ ਨੇ ਅਕਾਲ ਤਖਤ ਸਾਹਿਬ 'ਤੇ ਆ ਕੇ ਫਿਰ ਇਹ ਬਾਰ ਗਾਈ ਸੀ, ਦੋ ਤਲਵਾਰਾਂ ਵਧੀਆਂ, ਇੱਕ ਮੀਰ ਦੀ ਇੱਕ ਪੀਰ ਦੀ। ਉਹ ਬਹੁਤ ਵੱਡਾ ਉਹਨਾਂ ਨੇ ਇਹ ਬਾਰ ਨੱਥਾ ਤੇ ਅਬਦੁੱਲਾ ਜਿਹੜੇ ਪੰਥ ਪ੍ਰਸਿੱਧ ਢਾਡੀ ਹੋਏ ਆ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਬਹੁਤ ਵੱਡੀਆਂ ਬਖਸ਼ਿਸ਼ਾਂ ਦੇ ਕੇ ਤੇ ਉਹਨਾਂ ਨੂੰ ਨਵਾਜਿਆ ਤੇ ਇਹ ਨੱਥਾ ਤੇ ਅਬਦੁੱਲਾ ਜੀ ਨੇ ਇਹਨਾਂ ਨੂੰ ਇਹ ਬਖਸ਼ਿਸ਼ਾਂ ਕੀਤੀਆਂ। ਗੁਰੂ ਜੀ ਨੇ ਕਿਹੜੀਆਂ-ਕਿਹੜੀਆਂ ਜੰਗਾਂ ਲੜੀਆਂ? ਗੁਰੂ ਸਾਹਿਬ ਜੀ ਨੇ 4 ਜੰਗਾਂ ਲੜੀਆਂ। ਇਹ ਲੜਾਈ ਕੋਈ ਜ਼ਮੀਨ ਜਰ ਜੋਰੂ ਜ਼ਮੀਨ ਵਾਸਤੇ ਨਹੀਂ ਸੀ, ਕਿਸੇ ਕੋਈ ਨਿੱਜੀ ਨਹੀਂ ਸੀ ਔਰ ਸਿਰਫ ਤੇ ਸਿਰਫ ਧਰਮ ਦੀ ਇਹ ਜੰਗ ਸੀਗੀ। ਤੋ ਇਸ ਕਰਕੇ ਉਹਨਾਂ ਨੇ ਪਹਿਲੀ ਲੜਾਈ ਅੰਮ੍ਰਿਤਸਰ ਵਿਖੇ ਲੋਹਗੜ੍ਹ ਕਿਲੇ ਦੇ ਵਿੱਚ ਲੜੀ, ਜਿੱਥੇ ਉਹਨਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਦੂਸਰੀ ਮਹਿਰਾਜ ਪਿੰਡ ਜੋ ਬਠਿੰਡੇ ਵਿੱਚ ਪੈਂਦਾ, ਮਾਲਵੇ ਵਿੱਚ ਪੈਂਦਾ, ਉੱਥੇ ਦੀ ਜੰਗ ਲੜੀ ਆ, ਉਹਦੇ ਵਿੱਚ ਵੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਔਰ ਤੀਸਰੀ ਜੰਗ ਹਰਗੋਬਿੰਦਪੁਰ ਜੋ ਕਿ ਇੱਧਰ ਆਪਣੇ ਮਾਝੇ 'ਚ ਹੀ ਆ, ਉੱਥੋਂ ਵੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ। ਅਤੇ ਚੌਥੀ ਤੇ ਆਖਰੀ ਜੰਗ ਜਿਹੜੀ ਆ ਉਹ ਕਰਤਾਰਪੁਰ ਸਾਹਿਬ ਜਿਹੜਾ ਦੁਆਬੇ ਦੇ ਵਿੱਚ ਆ, ਉੱਥੇ ਦੀ ਜੰਗ ਉਹਨਾਂ ਨੇ ਲੜੀ ਔਰ ਜਿੱਤ ਪ੍ਰਾਪਤ ਕੀਤੀ। ਔਰ ਕਰਤਾਰਪੁਰ ਸਾਹਿਬ ਦੀ ਜੰਗ ਤੋਂ ਬਾਅਦ ਹੀ ਉਹ ਸਾਡੇ ਇਸ ਇਲਾਕੇ 'ਤੇ ਉਹਨਾਂ ਨੇ ਆ ਕੇ ਚਰਨ ਪਾਏ। ਫੱਗੂ ਦੇ ਵਾੜੇ ਗੁਰੂ ਸਾਹਿਬ ਜੀ ਕਿੰਨੀ ਦੇਰ ਰੁਕੇ? ਫੱਗੂ ਦੇ ਵਾੜੇ ਤਾਂ ਗੁਰੂ ਸਾਹਿਬ ਜੀ ਨਹੀਂ ਰੁਕੇ, ਕਿਉਂਕਿ ਹੁਣ ਦੇਖਿਆ ਪਹਿਲਾਂ ਤਾਂ ਉਹਦੀ ਸ਼ਰਧਾ ਸੀ, ਯਾਦ ਕਰਦਾ ਹੁੰਦਾ ਸੀ, ਇਸ ਕਰਕੇ ਗੁਰੂ ਸਾਹਿਬ ਜੀ ਉੱਥੇ ਆਏ। ਪਰ ਦੇਖਿਆ ਵੀ ਜਦੋਂ ਉਹ ਡਰ ਗਿਆ ਔਰ ਉਹਨਾਂ ਨੇ ਗੁਰੂ ਸਾਹਿਬ ਦੀ ਸੇਵਾ ਨਾ ਕੀਤੀ, ਆਓ ਭਗਤ ਨਾ ਕੀਤੀ, ਤਾਂ ਗੁਰੂ ਸਾਹਿਬ ਉੱਥੇ ਰੁਕੇ ਨਹੀਂ। ਤਾਂ ਫਿਰ ਇਸ ਜਗ੍ਹਾ 'ਤੇ ਆਏ, ਇੱਥੇ ਉਹਨਾਂ ਨੇ 2 ਪਹਿਰ ਆਰਾਮ ਕੀਤਾ ਔਰ ਰੁਕੇ। ਔਰ ਸੰਗਤਾਂ ਨੂੰ ਜਦੋਂ ਪਤਾ ਲੱਗਾ ਵੀ ਫੱਗੂ ਨੇ ਇਸ ਤਰ੍ਹਾਂ ਕੀਤੀ ਆ, ਤਾਂ ਸੰਗਤਾਂ ਇਲਾਕੇ ਦੀਆਂ ਸਾਰੀਆਂ
ਹੁੰਮ ਹਮਾ ਕੇ ਤੇ ਪੁੱਜੀਆਂ ਗੁਰੂ ਦੀ ਸੇਵਾ ਵਿੱਚ। ਔਰ ਉਹਨਾਂ ਦੀ ਸੇਵਾ ਨੂੰ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਇੱਥੇ ਸੁੱਖ ਤੇ ਚੈਨ ਦਾ ਵਰ ਦਿੱਤਾ। ਤੇ ਅੱਜ ਉਸ ਨਾਂ 'ਤੇ ਸੁੱਖ ਚੈਨ ਆਣਾ ਸਾਹਿਬ ਇਹ ਜਿਹੜਾ ਗੁਰੂ ਘਰ ਬਣਿਆ ਹੈ, ਇਹ ਉਹਨਾਂ ਦੀ ਬਖਸ਼ਿਸ਼ ਦੀ ਨਿਸ਼ਾਨੀ। ਅੱਜ ਵੀ ਅਸੀਂ ਇੱਥੋਂ ਝੋਲੀਆਂ ਭਰ ਕੇ ਜਾਂਦੇ। ਇੱਥੋਂ ਦੇ ਮੇਲਿਆਂ ਬਾਰੇ ਤੁਹਾਡਾ ਕੀ ਕਹਿਣਾ ਹੈ? ਇੱਥੇ ਜੀ ਇੱਕ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹਦਾ ਆਮਦਪੁਰਬ ਅੱਜ ਮਨਾਇਆ ਜਾ ਰਿਹਾ, ਇਸੇ ਤਰ੍ਹਾਂ ਇਹਨਾਂ ਦਾ ਜੋ ਪ੍ਰਕਾਸ਼ ਗੁਰਪੁਰਬ ਹਰੇਕ ਸਾਲ ਆਉਂਦਾ ਲਗਭਗ ਜੂਨ ਮਹੀਨੇ 'ਚ, ਉਹ ਬੜੇ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ। ਇਸ ਤੋਂ ਇਲਾਵਾ 10 ਗੁਰੂ ਸਾਹਿਬਾਨ ਦੇ ਜਿਹੜੇ ਗੁਰਪੁਰਬ ਆ ਉਹ ਵੀ ਸਾਰੇ ਇੱਥੇ ਮਨਾਏ ਜਾਂਦੇ ਆ। ਔਰ ਮੱਸਿਆ ਜਿਹੜੀ ਆ ਇੱਥੇ ਬਹੁਤ ਵੱਡੇ ਪੱਧਰ 'ਤੇ ਮਨਾਈ ਜਾਂਦੀ, ਹਰੇਕ ਮੱਸਿਆ 'ਤੇ ਬਹੁਤ ਵੱਡੀ ਸੰਗਤ ਇਕੱਠ ਹੁੰਦਾ। ਔਰ ਇਸ ਤੋਂ ਇਲਾਵਾ ਹਰੇਕ ਐਤਵਾਰ ਤਕਰੀਬਨ ਜੋੜ ਮੇਲਾ ਇੱਥੇ ਲੱਗਦਾ ਹੈਗਾ। ਔਰ ਵਿਸਾਖੀ ਤੋਂ ਤਾਂ ਇੱਦਾਂ ਦੀ ਸੰਗਤ ਹੁੰਦੀ ਆ ਵੀ ਬੜਾ ਪ੍ਰਬੰਧ ਕਰਨਾ ਵੀ ਔਖਾ ਹੋ ਜਾਂਦਾ। ਬਹੁਤ ਵੱਡੀ ਗਿਣਤੀ ਵਿੱਚ ਇੱਥੇ ਲਗਭਗ ਕੋਈ ਨਾ ਕੋਈ ਜੋੜ ਮੇਲਾ ਚੱਲਦਾ ਹੀ ਰਹਿੰਦਾ। ਇੱਥੇ 24 ਘੰਟੇ ਲੰਗਰ ਪ੍ਰਥਾ ਹੁੰਦੀ ਹੈ, ਉਹ ਗੁਰੂ ਜੀ ਨੇ ਸ਼ੁਰੂ ਕੀਤੀ ਸੀ ਜਾਂ ਸੇਵਕਾਂ ਨੇ? ਬਸ ਜਦੋਂ ਗੁਰੂ ਸਾਹਿਬ ਆ ਗਏ ਜੀ ਫਿਰ ਸਭ ਕੁਝ ਬਖਸ਼ਿਸ਼ਾਂ ਉਹ ਇੱਥੇ ਸਾਡੇ 'ਤੇ ਕਰ ਗਏ। ਔਰ ਉਦੋਂ ਤੋਂ ਹੀ ਜਿਹੜਾ ਵੀ ਇੱਥੇ ਲੰਗਰ ਉਸੇ ਤਰ੍ਹਾਂ ਚੱਲ ਰਿਹਾ। ਔਰ ਅੱਜ ਵੀ ਕਦੇ ਕੋਈ ਮਾਛਣੀ ਜਦੋਂ ਮਰਜ਼ੀ ਕੋਈ ਆਵੇ ਉਹਨੂੰ ਰਹਿਸ਼ ਵੀ ਮਿਲਦੀ ਆ, ਗੁਰੂ ਕੇ ਲੰਗਰ ਵੀ ਮਿਲਦੇ ਆ। ਪਿਛਲੇ ਸਮੇਂ ਜੋ ਕਰੋਨਾ ਮਹਾਮਾਰੀ ਆਈ ਸੀ ਪਿਛਲੇ ਸਾਲ, ਉਸ ਵੇਲੇ 3 ਮਹੀਨੇ ਲਗਾਤਾਰ ਲੰਗਰ ਇੱਥੋਂ ਬਣ ਕੇ ਲਗਭਗ 10 ਤੋਂ 12,000 ਸੰਗਤਾਂ ਵਾਸਤੇ ਰੋਜ਼ ਲੰਗਰ ਤਿਆਰ ਕੀਤਾ ਜਾਂਦਾ ਸੀ। ਔਰ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਪਿੰਡਾਂ ਵਿੱਚ ਗੱਡੀਆਂ 'ਤੇ ਆ ਕੇ ਸੰਗਤ ਆ ਕੇ ਲੰਗਰ ਲੈ ਕੇ ਜਾਂਦੀ ਸੀ। ਔਰ ਲਗਾਤਾਰ ਇਹ ਮੈਂ ਸਮਝਦਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਸੀ ਵੀ 3 ਮਹੀਨੇ ਜਦੋਂ ਬਾਕੀ ਸਰਕਾਰੀ ਲੰਗਰ ਵੀ ਬੰਦ ਹੋ ਗਏ, ਹੋਰ ਵੀ ਸਾਰੇ ਕਈ ਸੰਸਥਾਵਾਂ ਨੇ ਲਾਏ ਸੀ ਉਹ ਵੀ ਬੰਦ ਹੋ ਗਏ, ਪਰ ਇਹ ਗੁਰੂ ਮਹਾਰਾਜ ਦੀ ਕਿਰਪਾ ਵੀ ਉਹ ਲਗਾਤਾਰ 3 ਮਹੀਨੇ ਜਦੋਂ ਫਿਰ ਉਹ ਬਿਮਾਰੀ ਨੂੰ ਕੋਈ ਠੱਲ ਪਈ ਤਾਂ ਫਿਰ ਇਹ ਲੰਗਰ ਅਸੀਂ ਉਸ ਵੇਲੇ ਬੰਦ ਕੀਤਾ। ਬਾਕੀ 24 ਘੰਟੇ ਲੰਗਰ ਇੱਥੇ ਚੱਲਦਾ ਜੀ। ਗੁਰੂ ਜੀ ਨੂੰ ਬੰਦੀ ਛੋੜ ਅਤੇ ਸੱਚੇ ਪਾਤਸ਼ਾਹ ਵੀ ਕਿਹਾ ਜਾਂਦਾ ਹੈ, ਉਹਨਾਂ ਬਾਰੇ ਕੀ ਵਿਚਾਰ ਨੇ? ਬੰਦੀ ਛੋੜ ਇਸ ਤਰ੍ਹਾਂ ਵੀ ਦੇਖੋ ਤਾਂ ਪਰਉਪਕਾਰ ਵਾਸਤੇ ਆਉਂਦੇ ਆ। ਜਹਾਂਗੀਰ ਨੇ ਧੋਖੇ ਦੇ ਨਾਲ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ। ਉਹ ਤਾਂ ਕੌਤਕ ਸੀ ਕਿਉਂਕਿ ਜਿਹੜੇ ਸਾਜ਼ਿਸ਼ ਕਰਦੇ ਸੀ ਉਹ ਕਹਿੰਦੇ ਸੀ ਵੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨ ਲਈਆਂ, ਇਹ ਸਾਡੇ ਰਾਜ ਵਾਸਤੇ ਖਤਰਾ ਹੋ ਸਕਦਾ। ਇਸ ਕਰਕੇ ਉਹਨਾਂ ਨੂੰ ਭੁਲੇਖੇ ਨਾਲ ਕਰਕੇ ਸੱਦ ਕੇ ਤਾਂ ਉੱਥੇ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ। ਪਰ ਉੱਥੇ 52 ਰਾਜਪੂਤ ਰਾਜੇ ਉਹ ਉੱਥੇ ਪਹਿਲਾਂ ਹੀ ਕੈਦੀ ਸੀ, ਜਿਨ੍ਹਾਂ ਨੂੰ ਬੜੇ ਤਸੀਹੇ ਦਿੱਤੇ ਜਾਂਦੇ ਸੀ ਔਰ ਉਹਨਾਂ ਦੀ ਜਿਹੜੀ ਖਾਣਾ ਵੀ ਦਿੱਤਾ ਜਾਂਦਾ ਉਹਦੇ ਵਿੱਚ ਵੀ ਜ਼ਹਿਰ ਪਾ ਕੇ ਦਿੱਤੀ ਜਾਂਦੀ ਸੀ। ਪਰ ਜਦੋਂ ਗੁਰੂ ਸਾਹਿਬ ਨੇ ਉੱਥੇ ਚੱਲ ਗਏ ਤਾਂ ਉਹਨਾਂ ਦੇ ਜਿਹੜੀ ਉਹ ਲੰਗਰ ਉਹ ਵੀ ਪ੍ਰਥਾ ਬਦਲ ਗਈ। ਗੁਰੂ ਸਾਹਿਬ ਆਪ ਜਿਹੜਾ ਭੋਜਨ ਛਕਦੇ ਉਹਨਾਂ ਨੂੰ ਸਾਰਿਆਂ ਨੂੰ ਛਕਾਉਂਦੇ ਰਹੇ ਔਰ ਉਹਨਾਂ ਨੂੰ ਸੱਚ ਦੇ ਉਪਦੇਸ਼ ਦੇ ਨਾਲ ਜੋੜ ਕੇ ਉਹ ਇੰਨੇ ਪ੍ਰੇਮੀ ਬਣ ਗਏ ਕਿ ਗੁਰੂ ਸਾਹਿਬ ਤੋਂ ਬਿਨਾਂ ਇੱਕ ਪਲ ਵੀ ਨਹੀਂ ਸੀ ਰਹਿ ਸਕਦੇ। ਜਦੋਂ ਗੁਰੂ ਸਾਹਿਬ ਨੂੰ ਰਿਹਾ ਕਰਨ ਦਾ ਜਦੋਂ ਇਹ ਜਹਾਂਗੀਰ ਬੜਾ ਬਿਮਾਰ ਹੋ ਗਿਆ, ਇਹਦੇ ਬਚਣ ਦੀ ਉਮੀਦ ਨੇ ਤਾਂ ਇਹਨੂੰ ਬ੍ਰਹਮ ਗਿਆਨੀ ਬਾਬਾ ਮੀਰ ਭਾਈ ਸਾਈਂ ਮੀਆਂ ਮੀਰ ਜੀ ਨੇ ਕਿਹਾ ਵੀ ਤੂੰ ਰੱਬ ਦਾ ਰੂਪ ਤਾਂ ਆਪਣੇ ਕਿਲੇ 'ਚ ਬੰਦ ਕਰਕੇ ਰੱਖਿਆ ਵੀ ਤੈਨੂੰ ਸੁੱਖ ਕਿੱਥੇ ਮਿਲੂਗਾ। ਇਸ ਕਰਕੇ ਉਹ ਪਛਤਾਵਾ ਕਰਕੇ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਵੀ ਤੁਸੀਂ ਤੁਹਾਨੂੰ ਰਿਹਾ ਕੀਤਾ ਜਾਂਦਾ। ਪਰ ਉਹ ਜਦੋਂ 52 ਰਾਜਪੂਤ ਰਾਜਿਆਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਵੀ ਅਸੀਂ ਤਾਂ ਤੁਹਾਡੇ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ, ਵੀ ਇਸ ਕਰਕੇ ਅਸੀਂ ਤਾਂ ਤੁਹਾਡੇ ਨਾਲ ਹੀ ਜਾਣਾ। ਤੇ ਗੁਰੂ ਸਾਹਿਬ ਨੇ ਕਿਹਾ ਕਿ ਵੀ ਮੈਂ ਇਹਨਾਂ 52 ਰਾਜਪੂਤ ਰਾਜਿਆਂ ਨੂੰ ਨਾਲ ਲਿਜਾਵਾਂਗਾ। ਤੋ ਜਹਾਂਗੀਰ ਨੇ ਕਿਹਾ ਵੀ ਤੂੰ ਇਹ ਚੋਲਾ ਜਿਹੜਾ ਤੁਹਾਡੇ ਕੱਲੀ ਆਪਣਾ ਲੜ ਫੜ ਕੇ ਪੱਲਾ ਫੜ ਕੇ ਜਾਵੇਗਾ ਤੇ ਉਹ ਨਿਕਲ ਸਕਦਾ। ਤੇ ਗੁਰੂ ਸਾਹਿਬ ਜੀ ਨੇ 52 ਕਲੀਆਂ ਵਾਲਾ ਚੋਲਾ ਸਮਾ ਕੇ ਉਹ 52 ਰਾਜਪੂਤ ਰਾਜਿਆਂ ਨੂੰ ਇਸ ਗਵਾਲੀਅਰ ਦੇ ਕਿਲੇ ਤੋਂ ਛੁਟਕਾਰਾ ਉਹਨਾਂ ਦਾ ਕਰਾਇਆ, ਬੰਦ ਖਲਾਸੀ ਕਰਾਈ ਅਤੇ ਉਹਨਾਂ ਨੂੰ ਆਜ਼ਾਦ ਕੀਤਾ। ਔਰ ਉਸ ਤੋਂ ਬਾਅਦ ਪਹਿਲਾਂ ਵੀ ਜਦੋਂ ਕਿ ਜਹਾਂਗੀਰ ਦੇ ਨਾਲ ਸ਼ਿਕਾਰ ਖੇਡਦੇ ਸੀਗੇ ਤਾਂ ਉੱਥੇ ਕੋਈ ਗਰੀਬ ਸਿੱਖ ਸੀ ਘਾਈ, ਉਹਨੇ ਦੇਖਿਆ ਵੀ ਗੁਰੂ ਸਾਹਿਬ ਇੱਥੇ ਆਏ ਆ ਵੀ ਸੱਚੇ ਪਾਤਸ਼ਾਹ ਸਾਡਾ ਜਨਮ ਮਰਨ ਉਹ ਕੱਟੇ ਗਏ। ਉਹਨਾਂ ਨੇ ਕੀ ਕੀਤਾ ਵੀ ਘਾਹ ਦੀ ਪੰਡ ਖੋਤੀ ਔਰ ਨਾਲ 2 ਪੈਸੇ ਲੈ ਕੇ ਉਹ ਗੁਰੂ ਦੇ ਦਰਬਾਰ 'ਚ ਆਇਆ। ਉਹਨੂੰ ਪਤਾ ਨਾ ਸੀ, ਉਹ ਪਹਿਲਾਂ ਜਹਾਂਗੀਰ ਦਾ ਜਿੱਥੇ ਤੰਬੂ ਸੀ ਉੱਥੇ ਚਲ ਗਿਆ। ਉਹਨਾਂ ਨੇ ਉੱਥੇ ਰੱਖਿਆ, ਘਾਹ ਦੀ ਪੰਡ ਵੀ ਰੱਖੀ ਔਰ 2 ਪੈਸੇ ਉਹ ਮੱਥਾ ਵੀ ਟੇਕਿਆ। ਤੇ ਉਹ ਕਹਿੰਦਾ ਰਾਜਾ ਨੇ ਕਿਹਾ, ਜਹਾਂਗੀਰ ਨੇ ਕਿਹਾ ਮੰਗ ਕੀ ਮੰਗਦਾ ਵੀ ਤੈਨੂੰ ਜਾਇਦਾਦ ਦੇ ਦੇਵਾਂ ਫਲਾਣਾ। ਉਹ ਕਹਿੰਦਾ ਜੀ ਮੈਨੂੰ ਤਾਂ ਮੁਕਤੀ ਚਾਹੀਦੀ ਆ, ਮੈਨੂੰ ਤਾਂ ਸੱਚਖੰਡ ਦੇ ਦਰਸ਼ਨ ਚਾਹੀਦੇ ਆ, ਵੀ ਮੈਂ ਮੁਕਤੀ ਨਹੀਂ ਚਾਹੀਦੀ, ਨਾ ਮੈਨੂੰ ਕੋਈ ਧਨ ਪਦਾਰਥ ਚਾਹੀਦਾ। ਇਸ ਕਰਕੇ ਉਹ ਕਹਿੰਦਾ ਵੀ ਉਹ ਤਾਂ ਮੈਂ ਦੇ ਨਹੀਂ ਸਕਦਾ, ਇਹ ਤਾਂ ਵੀ ਸੱਚਾ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਆ, ਉਹ ਇਹ ਤੈਨੂੰ ਮੁਕਤੀ ਦੇ ਸਕਦੇ ਆ, ਮੈਂ ਤਾਂ ਤੈਨੂੰ ਜਗੀਰ ਜੋ ਕਹੂੰਗਾ ਉਹ ਮੈਂ ਦੇ ਸਕਦਾ। ਤੇ ਇਸ ਗੱਲ ਪਰ ਉਹ ਘਾਈ ਨੇ ਕਿਹਾ ਵੀ ਮੇਰੀ ਤਾਂ ਸ਼ਰਧਾ ਉੱਥੇ ਆ। ਉਹਨੇ ਆਪਣੀ ਉਹ ਜਿਹੜੀ ਘਾਹ ਦੀ ਪੰਡ ਉਹ ਵੀ ਚੁੱਕ ਲਈ ਅਤੇ 2 ਪੈਸੇ ਜਿਹੜੇ
ਮਹਾਰਾਜਾ ਜਾਂ ਉਹਦੇ ਸਾਹਮਣੇ ਮੱਥਾ ਟੇਕਿਆ ਸੀ, ਉਹ ਵੀ ਚੁੱਕ ਲੈ। ਐਡੀ ਜ਼ੁਰਤ ਜਾਣੀ ਉਹ ਗੁਰੂ ਸਾਹਿਬ ਦੇ ਐਡੀ ਉਹਨਾਂ ਦੀ ਸ਼ਰਧਾ ਸੀਗੀ ਕਿ ਇੱਕ ਰਾਜੇ ਦੇ ਮੋਹਰੇ 2 ਪੈਸੇ ਚੁੱਕਣੇ ਔਰ ਘਾਹ ਦੀ ਪੰਡ ਚੁੱਕਣੀ। ਹੁਣ ਬੜਾ ਰੋਕਿਆ, ਬੜਾ ਕਿਹਾ ਵੀ ਨਹੀਂ ਬਈ, ਉਹ ਕਹਿੰਦਾ ਜੀ ਇਹ ਤਾਂ ਸੱਚੇ ਪਾਤਸ਼ਾਹ ਦਾ, ਇਹ ਮੈਂ ਇੱਥੇ ਨਹੀਂ ਰੱਖ ਸਕਦਾ। ਤਾਂ ਉਹ ਚੁੱਕ ਕੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਗਿਆ ਅਤੇ ਉੱਥੇ ਉਹਨਾਂ ਨੇ ਘਾਹ ਦੀ ਪੰਡ ਅਤੇ ਮੱਥਾ ਟੇਕ ਕੇ ਗੁਰੂ ਮਹਾਰਾਜ ਨੂੰ ਕਿਹਾ ਕਿ ਵੀ ਉਹ ਕਹਿੰਦੇ ਵੀ ਆ ਗਿਆ ਬਈ ਮੈਨੂੰ ਤਾਂ ਮੁਕਤੀ ਚਾਹੀਦੀ ਆ, ਤਾਂ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਨਿਗਾਹ ਭਰ ਕੇ ਉਹਨਾਂ ਨੂੰ ਨਜ਼ਰੋਂ ਨਜ਼ਰ ਨਿਹਾਲ ਕੀਤਾ ਔਰ ਉਹਨਾਂ ਨੂੰ ਐਨ ਸੱਚਖੰਡ ਦੇ ਦਰਸ਼ਨ ਕਰਾਏ। ਤਾਂ ਉਸ ਵੇਲੇ ਤੋਂ ਫਿਰ ਜਹਾਂਗੀਰ ਵੀ ਕਹਿਣ ਲੱਗ ਪਿਆ ਵੀ ਮੈਂ ਤਾਂ ਦੁਨਿਆਵੀ ਬਾਦਸ਼ਾਹ, ਜਿਹੜਾ ਸੱਚੇ ਪਾਤਸ਼ਾਹ ਹਲਤ ਤੇ ਪਲਤ ਦਾ ਆ ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਆ। ਉਹ ਘਾਈ ਦੇ ਨਾਂ ਦੇ ਨਾਲ ਇਹ ਸੱਚੇ ਪਾਤਸ਼ਾਹ ਦਾ ਜਿਹੜਾ ਤਕਲਕ ਹੈ ਉਹ ਮਸ਼ਹੂਰ ਹੋਇਆ ਜੀ। ਜਥੇਦਾਰ ਸਰਵਣ ਸਿੰਘ ਕੁਲਾਰ ਜੀ, ਬਹੁਤ ਬਹੁਤ ਧੰਨਵਾਦ ਆਪਣਾ ਗਿਆਨ, ਆਪਣੀ ਵਿਚਾਰ ਸਾਂਝੇ ਕਰਨ ਦੇ ਲਈ। ਅੰਤ ਵਿੱਚ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਤਾਂ ਪਹਿਲਾਂ ਇਸ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਇਤਿਹਾਸ, ਕਿਉਂਕਿ ਤੁਹਾਡੇ ਮਾਧਿਅਮ ਦੇ ਰਾਹੀਂ ਜਿਹੜੀਆਂ ਸੰਗਤਾਂ ਨੂੰ ਨਹੀਂ ਵੀ ਪਤਾ ਉਹ ਵੀ ਪਤਾ ਲੱਗੇਗਾ। ਵੱਧ ਤੋਂ ਵੱਧ ਸੰਗਤਾਂ ਫਿਰ ਇੱਥੇ ਨਤਮਸਤਕ ਹੋਣ ਆਉਣਗੀਆਂ। ਦੂਸਰੀ ਮੈਂ ਬੇਨਤੀ ਕਰਦਾ ਵੀ ਦੇਖੋ, ਸਾਰੀਆਂ ਬਿਮਾਰੀਆਂ ਦਾ ਇੱਕੋ ਇਲਾਜ ਆ, ਸਰਬ ਰੋਗ ਕਾ ਔਗਦ ਨਾਮ। ਆਪਾਂ ਨੂੰ ਕਰੋਨਾ ਮਹਾਂਮਾਰੀ ਜਾਂ ਹੋਰ ਜੋ ਵੀ ਆਵੇ, ਆਪਾਂ ਨੂੰ ਗੁਰੂ ਦੀ ਸ਼ਰਨ ਵਿੱਚ ਹਮੇਸ਼ਾ ਆਉਣਾ ਚਾਹੀਦਾ। ਇੱਥੋਂ ਆਪਾਂ ਨੂੰ ਜਿਹੜੀ એનર્ਜੀ ਮਿਲਦੀ ਆ, ਜੋ ਆਤਮਿਕ ਬਲ ਮਿਲਦਾ, ਇਹ ਜਿਹੜੀ ਇਮਿਊਨਿਟੀ ਮਿਲਦੀ ਆਪਾਂ ਨੂੰ, ਉਹ ਕਿਤੇ ਨਹੀਂ ਹੋਰ ਮਿਲ ਸਕਦੀ। ਇਸੇ ਕਰਕੇ ਆ ਵੱਖ-ਵੱਖ ਕੰਟਰੀਆਂ ਦੇ ਰਾਸ਼ਟਰਪਤੀਆਂ ਨੇ ਵੀ ਕਿਹਾ ਕਿ ਹਰੇਕ ਥਾਂ ਗੁਰਦੁਆਰਾ ਹੋਣਾ ਚਾਹੀਦਾ, ਸਿੱਖ ਹੋਣੇ ਚਾਹੀਦੇ ਆ, ਤਾਂ ਜੋ ਪਰਉਪਕਾਰ ਦੇ ਕਾਰਜ ਜਾਂ ਇਹਨਾਂ ਦੀ ਗੁਰੂ ਪ੍ਰਤੀ ਦ੍ਰਿੜਤਾ ਸ਼ਰਧਾ ਉਹ ਆਪਾਂ ਵੀ ਸਿੱਖ ਸਕੀਏ। ਤੋਂ ਮੈਂ ਇਹੀ ਬੇਨਤੀ ਕਰੂੰਗਾ ਵੀ ਅੱਜ ਦੇ ਇਸ ਸਮੇਂ ਦੇ ਵਿੱਚ ਆਪਾਂ ਗੁਰੂ ਸ਼ਬਦ ਦੇ ਨਾਲ ਜੁੜ ਕੇ ਗੁਰੂ ਦਾ ਉਪਦੇਸ਼ ਹਿਰਦੇ 'ਚ ਵਸਾ ਕੇ ਇਹ ਮਨੁੱਖਾ ਜੀਵਨ ਜੋ ਅਮੋਲਕ ਹੈ, ਇਸ ਨੂੰ ਕਹਿੰਦੇ ਇਹਦੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ, ਪਰਉਪਕਾਰ ਦੇ ਕਾਰਜ ਕਰੀਏ, ਸਰਬੱਤ ਦਾ ਭਲਾ ਅਸੀਂ ਮੰਗਦੇ ਹਾਂ, ਪਰ ਇਹ ਕਰੀਏ ਵੀ ਪ੍ਰੈਕਟੀਕਲ ਕਰੀਏ। ਔਰ ਹਰ ਇੱਕ ਗਊ ਗਰੀਬ ਦੀ ਰੱਖਿਆ ਵਾਸਤੇ ਹਮੇਸ਼ਾ ਖਾਲਸਾ ਤਤਪਰ ਰਹੇ। ਅਰਦਾਸ ਬੇਨਤੀ ਇਹੀ ਆ। ਤੁਹਾਡਾ ਇੱਕ ਵਾਰ ਫੇਰ ਚੈਨਲ ਦਾ ਬਹੁਤ ਬਹੁਤ ਧੰਨਵਾਦ। ਔਰ ਅੱਜ ਜਿਹੜਾ ਗੁਰੂ ਸਾਹਿਬ ਜੀ ਦਾ ਆਮਦਪੁਰ ਮਨਾਇਆ ਜਾ ਰਿਹਾ, ਇਹਦੀਆਂ ਸਮੁੱਚੀਆਂ ਸੰਗਤਾਂ ਨੂੰ ਵਧਾਈ। ਅੱਜ ਅੰਮ੍ਰਿਤ ਸੰਚਾਰ ਵੀ ਹੋਇਆ, ਜਿਹਦੇ ਵਿੱਚ 100 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ ਆ, ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।